ਸਾਰੇ ਹੀ ਵਿਦਿਆਰਥੀਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਸੀਂ ਸਕਰੀਨ ਉੱਤੇ ਵੇਖ ਰਹੇ ਹੋ, ਕਾਲ, ਪਰਿਭਾਸ਼ਾ ਤੇ ਕਿਸਮਾਂ। ਅੱਜ ਆਪਣਾ ਵਿਸ਼ਾ ਹੈ ਕਾਲ। ਕਾਲ ਦੀ ਪਰਿਭਾਸ਼ਾ ਤੇ ਕਿਸਮਾਂ ਬਾਰੇ ਆਪਾਂ ਨੇ ਗੱਲ ਕਰਨੀ ਹੈ। ਕਾਲ ਦਾ ਮਤਲਬ ਹੁੰਦਾ ਹੈ ਸਮਾਂ। ਸੋ ਕਾਲ ਨੂੰ ਅਸੀਂ ਤਿੰਨ ਭਾਗਾਂ ਦੇ ਵਿੱਚ ਮੁੱਖ ਤੌਰ ਤੇ ਵੰਡ ਲੈਂਦੇ ਹਾਂ: ਬੀਤਿਆ ਸਮਾਂ, ਹੁਣ ਦਾ ਸਮਾਂ ਤੇ ਆਉਣ ਵਾਲਾ ਸਮਾਂ। ਅਸਲ ਦੇ ਵਿੱਚ ਜਿਹੜਾ ਕਾਲ ਹੈ ਉਹ ਕਿਰਿਆ ਨੂੰ ਦਰਸਾਉਂਦਾ ਹੈ। ਕਿਰਿਆ ਦੀ ਵਿਆਕਰਨਿਕ ਇਕਾਈ ਹੈ। ਸੋ ਆਓ ਆਪਾਂ ਵਿਹਾਰਕ ਜੀ ਗੱਲ ਇਹਦੇ ਬਾਰੇ ਰੱਖਦੇ ਹਾਂ। ਸੋ ਕਾਲ ਵੰਡ ਦੀ ਗੱਲ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ। ਜਿਹੜਾ ਕਾਲ ਹੈ ਉਹ ਕਿਰਿਆ ਦੀ ਵਿਆਕਰਨਿਕ ਇਕਾਈ ਹੈ, ਭਾਵ ਕਿ ਕਾਲ ਦੱਸਦਾ ਹੈ ਕਿ ਕਿਰਿਆ ਕਿਹੜੇ ਸਮੇਂ ਦੌਰਾਨ ਪੂਰੀ ਹੋ ਰਹੀ ਹੈ ਜਾਂ ਹੋਏਗੀ। ਸੋ ਜੇਕਰ ਉਹ ਬੀਤੇ ਸਮੇਂ ਦੇ ਵਿੱਚ ਹੋ ਰਹੀ ਹੈ ਤਾਂ ਭੂਤਕਾਲ ਹੈ, ਜੇ ਹੁਣ ਦੇ ਸਮੇਂ ਦੇ ਵਿੱਚ ਹੋ ਰਹੀ ਹੈ ਤਾਂ ਵਰਤਮਾਨ ਕਾਲ ਹੈ, ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ ਤਾਂ ਉਹ ਭਵਿੱਖ ਕਾਲ ਹੋਏਗਾ। ਇਸ ਅਨੁਸਾਰ ਵਿਆਕਰਨ ਵਿੱਚ ਸਮੇਂ ਨੂੰ ਕੀ ਕਿਹਾ ਜਾਂਦਾ ਹੈ? ਕਾਲ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪੰਜਾਬੀ ਭਾਸ਼ਾ ਦਾ ਕਾਲ ਪ੍ਰਬੰਧ ਤਿੰਨ ਕਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ: ਭੂਤਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਇਹ ਆਪਾਂ ਨੂੰ ਪਤਾ ਹੀ ਹੈ, ਕਰਮਵਾਰ, ਬੀਤਿਆ ਸਮਾਂ, ਹੁਣ ਦਾ ਸਮਾਂ ਤੇ ਆਉਣ ਵਾਲਾ ਸਮਾਂ। ਕਿਸੇ ਵੀ ਕਾਲ ਵਿੱਚ ਕਿਰਿਆ ਦੀ ਅਵਸਥਾ ਕਿਹੜੀ ਹੈ? ਕੀ ਕਿਰਿਆ ਨਿਸ਼ਚਿਤ ਹੈ ਜਾਂ ਅਨਿਸ਼ਚਿਤ ਹੈ, ਜਾਂ ਪੂਰਨ ਤੌਰ ਤੇ ਹੋ ਚੁੱਕੀ ਹੈ ਜਾਂ ਅਪੂਰਨ ਹੈ? ਇਸ ਅਵਸਥਾ ਨੂੰ ਪ੍ਰਗਟਾਉਣ ਲਈ ਜਿਹੜਾ ਕਿਰਿਆ ਕਿਹੜਾ ਰੂਪ ਧਾਰਦੀ ਹੈ, ਉਸ ਨੂੰ ਕਿਰਿਆ ਦਾ ਕਾਲ ਰੂਪ ਕਿਹਾ ਜਾਂਦਾ ਹੈ। ਸੋ ਅੱਜ ਆਪਾਂ ਇਹਨਾਂ ਕਾਲ ਰੂਪਾਂ ਬਾਰੇ ਹੀ ਗੱਲ ਕਰਦੇ ਹਾਂ। ਜਿੱਦਾਂ ਸਾਡੇ ਕੋਲੇ ਉਦਾਹਰਨ ਹੈ ਕਿ ਬੱਚਿਆਂ ਨੇ ਜਮਾਤ ਵਿੱਚ ਪਾਠ ਪੜ੍ਹਿਆ। ਸੋ ਇਹ ਸਾਡੇ ਕੋਲੇ ਕੀ ਹੈ ਜੀ? ਭੂਤਕਾਲ ਹੈ। ਸੋ ਕਿਰਿਆ ਵਿੱਚ ਕਿੰਨਾ ਸਮਾਂ ਬੀਤਿਆ ਹੈ, ਅਰਥਾਤ ਜਮਾਤ ਵਿੱਚ ਪਾਠ ਕਦੋਂ ਪੜ੍ਹਿਆ ਗਿਆ, ਇਹ ਸਪਸ਼ਟ ਨਹੀਂ ਹੈ। ਇਹ ਸਾਡੇ ਕੋਲੇ ਅਨਿਸ਼ਚਿਤ ਹੈ ਕਿ ਬੱਚਿਆਂ ਨੇ ਕਦੋਂ ਪਾਠ ਪੜ੍ਹਿਆ। ਨਾ ਸਾਨੂੰ ਕੋਈ ਤਰੀਕ ਮਿਲਦੀ ਹੈ, ਨਾ ਸਾਨੂੰ ਇਹ ਕੋਈ ਨਿਸ਼ਚਿਤ ਠੋਸ ਸਾਨੂੰ ਮਿਲਦਾ ਹੈ ਕਦੋਂ ਪੜ੍ਹਿਆ ਗਿਆ। ਕਿਰਿਆ ਦੀ ਇਹ ਅਨਿਸ਼ਚਿਤ ਅਵਸਥਾ ਹੈ। ਇਹ ਕਿਰਿਆ ਦਾ ਕਾਲ ਰੂਪ ਹੈ। ਮਤਲਬ ਕਿ ਕਿਹੜਾ ਕਾਲ ਰੂਪ ਹੈ ਕਿਰਿਆ ਦਾ? ਇਹ ਅਨਿਸ਼ਚਿਤ ਭੂਤਕਾਲ। ਸੋ ਇਸ ਤਰ੍ਹਾਂ ਦੀਆਂ ਹੋਰ ਉਦਾਹਰਨਾਂ ਹਨ, ਜਿਵੇਂ ਬੱਚੇ ਪਾਠ ਪੜ੍ਹ ਚੁੱਕੇ ਸਨ, ਬੱਚੇ ਪਾਠ ਪੜ੍ਹ ਰਹੇ ਸਨ, ਬੱਚੇ ਹਰ ਰੋਜ਼ ਪਾਠ ਪੜ੍ਹਦੇ ਰਹੇ ਸਨ। ਸੋ ਸਾਰਣੀ ਦੁਆਰਾ ਅਸੀਂ ਉਦਾਹਰਨਾਂ ਦੇ ਕੇ ਸਮਝਾਂਗੇ। ਉਹ ਅਸੀਂ ਜਿਹੜੀ ਲਿੰਗ ਦੇ ਆਧਾਰ ਤੇ, ਵਚਨ ਦੇ ਆਧਾਰ ਤੇ ਉਦਾਹਰਨਾਂ ਨੂੰ ਵੇਖਾਂਗੇ ਕਿ ਕਿਹੜੇ ਕਿਹੜੇ ਜਿਹੜੇ ਰੂਪ ਹੈ ਉਹ ਹੋ ਸਕਦੇ ਹੈ ਭੂਤਕਾਲ ਦੇ। ਸੋ ਸਾਡੇ ਕੋਲੇ ਜਿਹੜਾ ਭੂਤਕਾਲ ਦਾ ਰੂਪ ਸਾਨੂੰ ਮਿਲਦਾ ਹੈ ਅਨਿਸ਼ਚਿਤ ਭੂਤਕਾਲ, ਜਿਹਦੇ ਬਾਰੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਅਨਿਸ਼ਚਿਤ ਕਿ ਮੈਂ ਪਾਠ ਪੜ੍ਹਿਆ, ਮਤਲਬ ਕਿ ਮੈਂ ਪਾਠ ਪੜ੍ਹਿਆ ਸੀ, ਜਾਂ ਕਹਿ ਸਕਦੇ ਹਾਂ ਅਸੀਂ। ਸੋ ਅਸੀਂ ਪਾਠ ਪੜ੍ਹੇ, ਤੂੰ ਪਾਠ ਪੜ੍ਹਿਆ, ਤੁਸੀਂ ਪਾਠ ਪੜ੍ਹੇ, ਉਹ ਪਾਠ ਪੜ੍ਹਿਆ, ਉਹ ਪਾਠ ਪੜ੍ਹੇ। ਸੋ ਇਹ ਅਸੀਂ ਪਹਿਲੇ, ਦੂਜੇ, ਤੀਜੇ ਪੁਰਖ ਦੇ ਆਧਾਰ ਤੇ ਇਹਨਾਂ ਨੂੰ ਸਮਝਿਆ ਹੈ। ਅਨਿਸ਼ਚਿਤ ਭੂਤਕਾਲ ਕੀ? ਜਿਹਦਾ ਸਾਨੂੰ ਕਿਰਿਆ ਹੋ ਚੁੱਕੀ ਹੋਵੇ ਪਰ ਉਹਦਾ ਸਾਨੂੰ ਹੋਣ ਦਾ ਨਿਸ਼ਚਿਤ ਸਬੂਤ ਨਾ ਮਿਲਦਾ ਹੋਵੇ ਕਿ ਕਿਰਿਆ ਕਦੋਂ ਹੋਈ ਹੈ, ਸੋ ਉਹਨੂੰ ਕਹਿੰਦੇ ਆ ਅਨਿਸ਼ਚਿਤ ਭੂਤਕਾਲ। ਸੋ ਇਸਤਰੀ ਲਿੰਗ ਦੇ ਰੂਪ ਦੇ ਵਿੱਚ ਅਸੀਂ ਵੇਖਾਂਗੇ ਮੈਂ ਪੜ੍ਹੀ, ਅਸੀਂ ਪੜ੍ਹੀਆਂ, ਤੂੰ ਪੜ੍ਹੀ, ਤੁਸੀਂ ਪੜ੍ਹੀਆਂ, ਉਹ ਪੜ੍ਹੀ, ਉਹ ਪੜ੍ਹੀਆਂ। ਸੋ ਇਸ ਤਰ੍ਹਾਂ ਅਸੀਂ ਲਿੰਗ, ਵਚਨ ਅਤੇ ਪੁਰਖ ਦੇ ਆਧਾਰ ਤੇ ਇਹ ਕਿਸਮਾਂ ਨੂੰ ਵਾਚਦੇ ਹਾਂ। ਦੂਜੀ ਕਿਸਮ ਸਾਡੇ ਕੋਲੇ ਸਧਾਰਨ ਭੂਤਕਾਲ, ਜਿਹਦੇ ਵਿੱਚ ਸਧਾਰਨ ਤੌਰ ਤੇ ਕਿਰਿਆ ਜਿਹੜਾ ਹੈ ਬੀਤੇ ਸਮੇਂ ਦੇ ਵਿੱਚ ਕਿਰਿਆ ਦੇ ਹੋਣ ਦਾ ਪਤਾ ਲੱਗੇ। ਉਹ ਅਸੀਂ ਇੱਕ ਵਚਨ ਤੇ ਬਹੁਵਚਨ ਲੈ ਕੇ ਅਸੀਂ ਸਮਝਦੇ ਹਾਂ। ਅਸੀਂ ਪਹਿਲਾਂ ਪੁਲਿੰਗ ਲੈਂਦੇ ਹਾਂ। ਪੁਲਿੰਗ ਦਾ ਵਿੱਚ ਅਸੀਂ ਪਹਿਲਾ ਪੁਰਖ ਮੈਂ ਪੜ੍ਹਦਾ ਸੀ, ਇਹਦਾ ਬਹੁਵਚਨ ਆਜੂ ਅਸੀਂ ਪੜ੍ਹਦੇ ਸੀ। ਦੂਜਾ ਪੁਰਖ ਆਜੂ ਤੂੰ, ਤੂੰ ਪੜ੍ਹਦਾ ਸੀ, ਤੁਸੀਂ ਪੜ੍ਹਦੇ ਸੀ। ਤੀਜਾ ਪੁਰਖ ਉਹ ਪੜ੍ਹਦਾ ਸੀ, ਉਹ ਪੜ੍ਹਦੇ ਸਨ। ਜਦੋਂ ਅਸੀਂ ਇਸਤਰੀ ਲਿੰਗ ਦੀ ਗੱਲ ਕਰਦੇ ਹਾਂ, ਇਸਤਰੀ ਲਿੰਗ ਦੇ ਵਿੱਚ ਪਹਿਲਾ, ਦੂਜਾ, ਤੀਜਾ ਪੁਰਖ ਉਸੇ ਤਰ੍ਹਾਂ ਕ੍ਰਮਵਾਰ ਹੋਣਗੇ। ਮੈਂ ਪੜ੍ਹਦੀ ਸੀ, ਅਸੀਂ ਪੜ੍ਹਦੀਆਂ ਸੀ, ਤੂੰ ਪੜ੍ਹਦੀ ਸੀ, ਤੁਸੀਂ ਪੜ੍ਹਦੀਆਂ ਸੀ, ਉਹ ਪੜ੍ਹਦੀ ਸੀ, ਉਹ ਪੜ੍ਹਦੀਆਂ ਸੀ, ਜਾਂ ਉਹ ਪੜ੍ਹਦੀਆਂ ਸਨ। ਸੋ ਅੱਗੇ ਤੀਜੀ ਕਿਸਮ ਹੈ ਭੂਤਕਾਲ ਦੀ ਅਪੂਰਨ
ਚਾਲੂ ਭੂਤਕਾਲ, ਜਿਹਦੇ ਵਿੱਚ ਹਜੇ ਕਾਰਜ ਹੈ ਜਿਹੜਾ ਪੂਰਾ ਨਹੀਂ ਹੋਇਆ, ਉਹ ਅਪੂਰਨ ਹੈ, ਉਹ ਚੱਲ ਰਿਹਾ ਹੈ। ਤੇ ਗੱਲ ਕਿਹਦੀ ਹੋ ਰਹੀ ਹੈ ਇੱਥੇ? ਭੂਤਕਾਲ ਦੀ, ਬੀਤ ਚੁੱਕੀ ਸਮੇਂ। ਜਿਵੇਂ ਮੈਂ ਪੜ ਰਿਹਾ ਸੀ, ਇਹ ਪਹਿਲਾ ਪੁਰਖ ਹੈ, ਇਸਤਰੀ ਪੁਰਸ਼ ਹੈ, ਪੁਲਿੰਗ ਹੈ, ਤੇ ਇੱਕ ਵਚਨ ਹੈ, ਪਹਿਲਾ ਪੁਰਖ ਹੈ। ਮੈਂ ਪੜ ਰਿਹਾ ਸੀ। ਦੂਜੇ ਵਿੱਚ ਕੀ ਆ ਗਿਆ? ਬਹੁਵਚਨ ਦੇ ਵਿੱਚ ਅਸੀਂ ਪੜ ਰਹੇ ਸੀ। ਦੂਜਾ ਪੁਰਖ ਤੂੰ ਪੜ ਰਿਹਾ ਸੀ। ਦੂਜੇ ਪੁਰਖ ਦਾ ਬਹੁਵਚਨ ਤੁਸੀਂ ਪੜ ਰਹੇ ਸੀ। ਉਹ ਪੜ ਰਿਹਾ ਸੀ, ਇਹਦਾ ਵਚਨ ਬਹੁਵਚਨ ਆ ਜਾਊਗਾ ਉਹ ਪੜ ਰਹੇ ਸਨ। ਇਸੇ ਤਰ੍ਹਾਂ ਹੀ ਕ੍ਰਮਵਾਰ ਇਸਤਰੀ ਲਿੰਗ ਦੇ ਵਿੱਚ ਮੈਂ ਪੜ ਰਹੀ ਸੀ, ਅਸੀਂ ਪੜ ਰਹੀਆਂ ਸਾਂ। ਤੂੰ ਪੜ ਰਹੀ ਸੀ, ਤੁਸੀਂ ਪੜ ਰਹੀਆਂ ਸੀ। ਉਹ ਪੜ ਰਹੀ ਸੀ, ਉਹ ਪੜ ਰਹੀਆਂ ਸੀ ਜਾਂ ਸਨ। ਸੋ ਅਪੂਰਨ ਚਾਲੂ ਭੂਤਕਾਲ, ਜਦੋਂ ਕਾਰਜ ਹੈ ਜਿਹੜਾ ਅਪੂਰਨ ਹੋਵੇ, ਉਹ ਚੱਲ ਰਿਹਾ ਹੋਵੇ, ਤੇ ਉਹ ਭੂਤਕਾਲ ਦੇ ਵਿੱਚ ਹੋਵੇ। ਜਿਸ ਤਰ੍ਹਾਂ ਮੈਂ ਪੜ ਰਿਹਾ ਸੀ, ਉਸ ਸਮੇਂ ਕੀ ਸੀਗਾ? ਪੜਨ ਦਾ ਕੰਮ ਅਧੂਰਾ ਪਿਆ ਸੀ, ਪਰ ਜਦੋਂ ਕਿਸੇ ਨੇ ਦੇਖਿਆ ਤਾਂ ਮੈਂ ਪੜ ਰਿਹਾ ਸੀ, ਮਤਲਬ ਕੰਮ ਚਾਲੂ ਸੀ, ਤੇ ਭੂਤਕਾਲ ਦੀ ਗੱਲ ਹੋ ਰਹੀ ਹੈ, ਮਤਲਬ ਕਿ ਸੀ ਦੇ ਵਿੱਚ ਲੱਗਿਆ ਹੋਇਆ ਸਾਨੂੰ। ਅੱਗੇ ਚੱਲਦੇ ਹਾਂ। ਅੱਗੇ ਆਪਾਂ ਗੱਲ ਕਰਦੇ ਆਂਗੇ ਅਗਲੇ ਆਪਣੀ ਕਿਸਮ ਦੀ, ਅਨਿਸ਼ਚਿਤ ਪੂਰਨ ਭੂਤਕਾਲ, ਯਾਨੀ ਕਿ ਕੰਮ ਦੇ, ਕਾਰਜ ਦੇ ਜਾਂ ਕਿਰਿਆ ਦੀ ਕਦੋਂ ਪੂਰੀ ਹੋਈ, ਇਹਦੇ ਬਾਰੇ ਸਾਨੂੰ ਨਿਸ਼ਚਿਤ ਤੌਰ ਤੇ ਨਹੀਂ ਪਤਾ ਲੱਗਦਾ, ਪਰ ਹਾਂ ਸਾਡਾ ਕੰਮ ਹੈ ਜਿਹੜਾ ਉਹ ਪੂਰਾ ਹੋ ਚੁੱਕਿਆ। ਤੇ ਗੱਲ ਕਿਹਦੀ ਹੋ ਰਹੀ ਹੈ? ਭੂਤਕਾਲ ਦੀ, ਮਤਲਬ ਸੀ ਜਾਂ ਸਨ ਸਾਡੇ ਕੋਲੇ ਲੱਗਿਆ ਹੋਇਆ ਵਾਕ ਦੇ ਅੰਤ ਦੇ ਉੱਤੇ ਸਹਾਇਕ ਕਿਰਿਆ ਸੀ ਜਾਂ ਸਨ ਦੇ ਰੂਪ ਦੇ ਵਿੱਚ ਸਾਨੂੰ ਮਿਲੂਗੀ। ਸੋ ਮੈਂ ਪੜਿਆ ਸੀ, ਕੰਮ ਪੂਰਾ ਹੋ ਚੁੱਕਿਆ, ਪਰ ਕਦੋਂ? ਇਹ ਨਿਸ਼ਚਿਤ ਹੈ। ਅਸੀਂ ਪੜੇ ਸੀ, ਤੂੰ ਪੜਿਆ ਸੀ, ਤੁਸੀਂ ਪੜੇ ਸੀ। ਉਹ ਪੜਿਆ ਸੀ, ਉਹ ਪੜੇ ਸਨ। ਇਸ ਤਰ੍ਹਾਂ ਇਸਤਰੀ ਲਿੰਗ ਦੇ ਵਿੱਚ ਅਸੀਂ ਵੇਖਦੇ ਹਾਂ, ਮੈਂ ਪੜੀ ਸੀ, ਅਸੀਂ ਪੜੀਆਂ ਸਾਂ। ਠੀਕ ਹੈ। ਸੋ ਇਸੇ ਤਰ੍ਹਾਂ ਹੀ ਦੂਜਾ ਪੁਰਖ ਆ ਗਿਆ, ਤੂੰ ਪੜੀ ਸੀ, ਤੁਸੀਂ ਪੜੀਆਂ ਸੀ। ਤੀਜੇ ਪੁਰਖ ਦੇ ਵਿੱਚ ਉਹ ਪੜੀ ਸੀ, ਉਹ ਪੜੀਆਂ ਸਨ। ਸੋ ਅੱਗੇ ਜਿਹੜੀ ਕਿਸਮ ਹੈ ਸਾਡੇ ਕੋਲੇ ਛੇਵੀਂ ਕਿਸਮ, ਛੀ ਕਿਸਮ ਦਾ ਜਿਹੜੀ ਹੈ ਅਸੀਂ ਵੇਖਿਆ ਹੈ ਭੂਤਕਾਲ। ਸੋ ਸਾਡੇ ਕੋਲੇ ਜਿਹੜੀ ਹੈ ਪੰਜਵੀਂ ਕਿਸਮ ਆ ਗਈ। ਪੰਜਵੀਂ ਤੋਂ ਬਾਅਦ ਅਸੀਂ ਛੇਵੀਂ ਦੀ ਗੱਲ ਕਰਾਂਗੇ। ਸੋ ਪੰਜਵੀਂ ਕਿਸਮ ਨਿਸ਼ਚਿਤ ਪੂਰਨ ਭੂਤਕਾਲ। ਨਿਸ਼ਚਿਤ ਪੂਰਨ, ਜਦੋਂ ਗੱਲ ਹੈ ਜਿਹੜੀ ਕਾਰਜ ਹੈ ਜਿਹੜਾ ਸਾਨੂੰ ਨਿਸ਼ਚਿਤ ਤੌਰ ਤੇ ਪਤਾ ਹੋਵੇ ਕਿ ਚੱਲ ਰਿਹਾ ਜਾਂ ਖਤਮ ਹੋ ਚੁੱਕਿਆ। ਦੂਜੀ ਗੱਲ, ਉਹ ਪੂਰਨ ਹੋ ਚੁੱਕਿਆ। ਸਿੱਧੀ ਜੀ ਗੱਲ ਹੈ, ਜਦੋਂ ਪੂਰਨ ਹੋ ਗਿਆ ਮਤਲਬ ਕਿ ਉਹ ਖਤਮ ਹੋ ਚੁੱਕਿਆ। ਸੋ ਭੂਤਕਾਲ ਦੇ ਵਿੱਚ ਉਹ ਕਾਰਜ ਹੋਇਆ ਸੀ। ਪੂਰਨ, ਨਿਸ਼ਚਿਤ ਪੂਰਨ ਭੂਤਕਾਲ। ਸੋ ਮੈਂ ਪੜ ਚੁੱਕਾ ਸੀ, ਅਸੀਂ ਪੜ ਚੁੱਕੇ ਸੀ। ਪਹਿਲਾ ਪੁਰਖ ਇੱਕ ਵਚਨ ਤੋਂ ਬਹੁਵਚਨ ਬਣਾਇਆ। ਤੂੰ ਪੜ ਚੁੱਕਾ ਸੀ, ਤੁਸੀਂ ਪੜ ਚੁੱਕੇ ਸੀ। ਉਹ ਪੜ ਚੁੱਕਾ ਸੀ, ਉਹ ਪੜ ਚੁੱਕੇ ਸਨ। ਸੋ ਇਸੇ ਤਰ੍ਹਾਂ ਅਸੀਂ ਇਸਤਰੀ ਲਿੰਗ ਬਾਰੇ ਦੇਖਦੇ ਹਾਂ। ਮੈਂ ਪੜ ਚੁੱਕੀ ਸੀ, ਅਸੀਂ ਪੜ ਚੁੱਕੀਆਂ ਸਾਂ। ਤੂੰ ਪੜ ਚੁੱਕੀ ਸੀ, ਤੁਸੀਂ ਪੜ ਚੁੱਕੀਆਂ ਸੀ। ਉਹ ਪੜ ਚੁੱਕੀ ਸੀ, ਉਹ ਪੜ ਚੁੱਕੀਆਂ ਸੀ, ਜਾਂ ਉਹ ਪੜ ਚੁੱਕੀਆਂ ਸਨ। ਸੋ ਠੀਕ ਹੈ ਜੀ, ਇਹ ਹੋ ਗਿਆ ਪੰਜਵੀਂ ਕਿਸਮ। ਛੇਵੀਂ ਕਿਸਮ ਦੇਖਦੇ ਹਾਂ ਅਸੀਂ ਸ਼ਰਤੀ। ਸ਼ਰਤੀ ਦਾ ਮਤਲਬ ਹੁੰਦਾ ਹੈ ਕਿ ਕੰਮ ਜੇ ਹੋ ਜੇ। ਸੋ ਸ਼ਰਤੀ ਦੇ ਮੂਹਰੇ ਜੇ ਜ਼ਰੂਰ ਲੱਗਿਆ ਹੋਊਗਾ ਜਦੋਂ ਸ਼ਰਤੀ ਕਾਲ ਦੀ ਗੱਲ ਹੋਊਗੀ, ਚਾਹੇ ਭੂਤਕਾਲ, ਚਾਹੇ ਭਵਿੱਖਕਾਲ, ਚਾਹੇ ਵਰਤਮਾਨ ਕਾਲ। ਹੁਣ ਅਸੀਂ ਗੱਲ ਕਰ ਰਹੇ ਹਾਂ ਸ਼ਰਤੀ ਭੂਤਕਾਲ ਦੀ। ਜੇਕਰ ਐ ਹੋ ਜਾਂਦਾ, ਜਾਂਦੇ ਤੋਂ ਮਤਲਬ ਕਿ ਭੂਤਕਾਲ ਦੀ ਗੱਲ ਕਰ ਰਹੇ ਹਾਂ। ਜੇ ਮੈਂ ਪੜਦਾ, ਭੂਤਕਾਲ ਦੇ ਵਿੱਚ ਜੇ ਅਸੀਂ ਪੜਦੇ ਬਹੁਵਚਨ। ਦੂਜੇ ਪੁਰਖ ਦੇ ਵਿੱਚ ਜੇ ਤੂੰ ਪੜਦਾ, ਜੇ ਤੁਸੀਂ ਪੜਦੇ, ਜੇ ਉਹ ਪੜਦਾ, ਜੇ ਉਹ ਪੜਦੇ। ਸੋ ਇਸੇ ਤਰ੍ਹਾਂ ਇਸਤਰੀ ਲਿੰਗ ਦੇਖਦੇ ਹਾਂ ਅਸੀਂ। ਜੇ ਮੈਂ ਪੜਦੀ, ਜੇ ਅਸੀਂ ਪੜਦੀਆਂ ਬਹੁਵਚਨ। ਜੇ ਤੂੰ ਪੜਦੀ, ਜੇ ਤੁਸੀਂ ਪੜਦੀਆਂ। ਜੇ ਉਹ ਪੜਦੀ, ਜੇ ਉਹ ਪੜਦੀ। ਇਸੇ ਤਰ੍ਹਾਂ ਅਸੀਂ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਪੁਰਖ ਵਿਚਾਰਿਆ। ਤੋ ਇੱਥੇ ਅਸੀਂ ਨੇ
ਇੱਕ ਵਚਨ ਤੇ ਬਹੁਵਚਨ ਯਾਨੀ ਕਿ ਵਚਨ ਨੂੰ ਕਿਸ ਤਰ੍ਹਾਂ ਪਰਿਵਰਤਨ ਹੁੰਦੇ ਆ ਉਹ ਵਿਚਾਰੇ, ਤੇ ਇਸ ਤਰ੍ਹਾਂ ਇੱਥੇ ਅਸੀਂ ਇਸਤਰੀ ਲਿੰਗ ਤੇ ਪੁਲਿੰਗ ਦੀ ਗੱਲ ਕੀਤੀ। ਅੱਗੇ ਚੱਲਦੇ ਹਾਂ ਵਰਤਮਾਨ ਕਾਲ। ਵਰਤਮਾਨ ਜਿਹੜਾ ਸਮਾਂ ਹੁਣ ਵਰਤ ਰਿਹਾ, ਹੁਣ ਦਾ ਸਮਾਂ। ਹੁਣ ਦੇ ਸਮੇਂ ਦੇ ਵਿੱਚ ਅਸੀਂ ਕੀ ਦੇਖਦੇ ਹਾਂ? ਸਧਾਰਨ ਵਰਤਮਾਨ ਕਾਲ। ਸਧਾਰਨ ਵਰਤਮਾਨ ਕਾਲ ਦੇ ਵਿੱਚ ਕੀ ਹੈਗਾ ਕਿ ਹੁਣ ਦਾ ਸਮੇਂ ਦੇ ਵਿੱਚ ਕੀ ਕਰ ਰਿਹਾ? ਮੈਂ ਪੜ੍ਹਦਾ ਹਾਂ, ਤੂੰ ਪੜ੍ਹਦਾ ਹੈ, ਉਹ ਪੜ੍ਹਦਾ ਹੈ। ਇੱਕ ਵਚਨ ਪਹਿਲੇ, ਦੂਜੇ, ਤੀਜੇ ਪੁਰਖ ਦੇ ਸੰਦਰਭ ਦੇ ਵਿੱਚ ਅਸੀਂ ਵੇਖ ਰਹੇ ਹਾਂ। ਅਸੀਂ ਪੜ੍ਹਦੇ ਹਾਂ, ਤੁਸੀਂ ਪੜ੍ਹਦੇ ਹੋ, ਉਹ ਪੜ੍ਹਦੇ। ਸੋ ਇਹ ਬਣ ਗਿਆ ਬਹੁਵਚਨ। ਇਸੇ ਤਰ੍ਹਾਂ ਹੀ ਇਸਤਰੀ ਲਿੰਗ ਹੈ, ਮੈਂ ਪੜ੍ਹਦੀ ਹਾਂ, ਅਸੀਂ ਪੜ੍ਹਦੀਆਂ ਹਾਂ, ਤੂੰ ਪੜ੍ਹਦਾ ਹੈ, ਤੁਸੀਂ ਪੜ੍ਹਦੀਆਂ ਹੋ, ਉਹ ਪੜ੍ਹਦੀ ਹੈ, ਉਹ ਪੜ੍ਹਦੀਆਂ। ਸੋ ਇੱਥੇ ਅਸੀਂ ਜਿਹੜਾ ਹੈ ਇਸਤਰੀ ਲਿੰਗ ਨੂੰ ਵਿਚਾਰ ਰਹੇ ਹਾਂ। ਸੋ ਇਹ ਸੀਗਾ ਸਾਡੇ ਕੋਲੇ ਦੂਜੀ ਕਿਸਮ ਕਾਲ ਦੀ, ਵਰਤਮਾਨ ਕਾਲ। ਵਰਤਮਾਨ ਕਾਲ ਦੀ ਅੱਗੇ ਪਹਿਲੀ ਕਿਸਮ ਹੈ ਸਧਾਰਨ ਵਰਤਮਾਨ ਕਾਲ। ਸੋ ਅੱਗੇ ਗੱਲ ਕਰਦੇ ਹਾਂ ਪੂਰਨ ਚਾਲੂ ਵਰਤਮਾਨ ਕਾਲ, ਅਪੂਰਨ ਚਾਲੂ ਵਰਤਮਾਨ ਕਾਲ। ਕਿ ਕੰਮ ਹਜੇ ਅਧੂਰਾ ਚੱਲ ਰਿਹਾ ਵਰਤਮਾਨ ਕਾਲ ਦੇ ਵਿੱਚ। ਜੇ ਅਸੀਂ ਪਹਿਲੇ ਪੁਰਖ ਦੀ ਗੱਲ ਕਰਦੇ ਹਾਂ, ਇੱਕ ਵਚਨ ਮੈਂ ਪੜ੍ਹ ਰਿਹਾ ਹਾਂ, ਅਸੀਂ ਪੜ੍ਹ ਰਹੇ ਹਾਂ, ਬਹੁਵਚਨ। ਤੂੰ ਪੜ੍ਹ ਰਿਹਾ ਹੈ, ਤੁਸੀਂ ਪੜ੍ਹ ਰਹੇ ਹੋ, ਉਹ ਪੜ੍ਹ ਰਿਹਾ ਹੈ, ਉਹ ਪੜ੍ਹ ਰਹੇ ਹਨ। ਇਸੇ ਤਰ੍ਹਾਂ ਹੀ ਅਸੀਂ ਪਹਿਲੇ, ਦੂਜੇ, ਤੀਜੇ ਪੁਰਖ ਦੇ ਵਿੱਚ ਇੱਕ ਵਚਨ ਤੋਂ ਬਹੁਵਚਨ ਜਦੋਂ ਇਸਤਰੀ ਲਿੰਗ ਦਾ ਬਣਾਉਂਦੇ ਹਾਂ, ਮੈਂ ਪੜ੍ਹ ਰਹੀ ਹਾਂ, ਅਸੀਂ ਪੜ੍ਹ ਰਹੀਆਂ ਹਾਂ, ਤੂੰ ਪੜ੍ਹ ਰਹੀ ਹੈ, ਤੁਸੀਂ ਪੜ੍ਹ ਰਹੀਆਂ ਹੋ, ਉਹ ਪੜ੍ਹ ਰਹੀ ਹੈ, ਉਹ ਪੜ੍ਹ ਰਹੀਆਂ ਹਨ। ਸੋ ਇਸ ਤਰ੍ਹਾਂ ਅਸੀਂ ਇਸ ਨੂੰ ਬਣਾਉਂਦੇ ਹਾਂ ਜੀ। ਇਹ ਸੀ ਸਾਡੇ ਕੋਲੇ ਵਰਤਮਾਨ ਕਾਲ ਦੀ ਦੂਜੀ ਕਿਸਮ। ਜਦੋਂ ਕਾਰਜ ਅਪੂਰਨ ਹੋਵੇ ਤੇ ਕਾਰਜ ਚੱਲ ਰਿਹਾ ਹੋਵੇ ਤੇ ਉਹ ਵਰਤਮਾਨ ਕਾਲ ਦੇ ਵਿੱਚ ਚੱਲ ਰਿਹਾ ਹੋਵੇ ਤਾਂ ਉਸ ਨੂੰ ਆਖਦੇ ਹੈ ਜੀ। ਸੋ ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲੇ ਜਿਹੜਾ ਹੈ ਕਿਸਮ ਆਉਂਦੀ ਹੈ ਉਹ ਹੈ ਅਨਿਸ਼ਚਿਤ ਪੂਰਨ ਵਰਤਮਾਨ ਕਾਲ। ਅਨਿਸ਼ਚਿਤ ਜਦੋਂ ਉਹਦਾ ਪਤਾ ਨਹੀਂ ਹੈ ਉਹ ਕਦੋਂ ਪੂਰਾ ਹੋਇਆ, ਪਰ ਉਹ ਪੂਰਾ ਹੋ ਚੁੱਕਿਆ ਤੇ ਪੂਰਾ ਹੋ ਚੁੱਕਿਆ ਵਰਤਮਾਨ ਕਾਲ ਦੇ ਵਿੱਚ, ਯਾਨੀ ਕਿ ਹੁਣ ਦੇ ਸਮੇਂ ਵਿੱਚ। ਮੈਂ ਪੜ੍ਹਿਆ ਹਾਂ, ਕਦੋਂ ਪੜ੍ਹਿਆ ਇਹ ਨਹੀਂ ਪਤਾ। ਅਸੀਂ ਪੜ੍ਹੇ ਹਾਂ, ਕਦੋਂ ਪੜ੍ਹੇ, ਕਿੰਨੇ ਵਜੇ ਪੜ੍ਹੇ, ਕਿੱਥੇ ਪੜ੍ਹੇ, ਇਹ ਸਾਨੂੰ ਨਹੀਂ ਪਤਾ। ਸੋ ਇਹ ਅਨਿਸ਼ਚਿਤ ਪੂਰਨ ਕਾਲ ਪੂਰਨ ਹੋ ਗਿਆ ਤੇ ਵਰਤਮਾਨ ਕਾਲ ਦੀ ਗੱਲ ਹੋ ਰਹੀ। ਤੂੰ ਪੜ੍ਹਿਆ ਹੈ, ਤੁਸੀਂ ਪੜ੍ਹੇ, ਉਹ ਪੜ੍ਹਿਆ ਹੈ, ਉਹ ਪੜ੍ਹੇ। ਸੋ ਇਸ ਤਰ੍ਹਾਂ ਅਸੀਂ ਇਸ ਨੂੰ ਵਿਚਾਰਦੇ ਹਾਂ। ਸੋ ਅੱਗੇ ਅਗਲੀਆਂ ਕਿਸਮਾਂ ਵੱਲ ਝਾਤ ਮਾਰਦੇ ਹਾਂ। ਸੋ ਇਸੇ ਤਰ੍ਹਾਂ ਹੀ ਇਸਤਰੀ ਲਿੰਗ ਹੈ। ਇਸਤਰੀ ਲਿੰਗ ਨੂੰ ਜਦੋਂ ਅਸੀਂ ਦੇਖਦੇ ਹਾਂ ਪਹਿਲੇ, ਦੂਜੇ, ਤੀਜੇ ਪੁਰਖ ਦੇ ਸੰਦਰਭ ਦੇ ਵਿੱਚ, ਮੈਂ ਪੜ੍ਹੀ ਹਾਂ, ਇਹਦਾ ਬਹੁਵਚਨ ਬਣ ਜਾਊਗਾ ਅਸੀਂ ਪੜ੍ਹੀਆਂ ਹਾਂ, ਤੂੰ ਪੜ੍ਹੀ ਹੈ, ਤੁਸੀਂ ਪੜ੍ਹੀਆਂ ਹੋ, ਉਹ ਪੜ੍ਹੀ ਹੈ, ਉਹ ਪੜ੍ਹੀਆਂ। ਠੀਕ ਹੈ ਜੀ। ਸੋ ਇਸ ਤਰ੍ਹਾਂ ਇਹ ਸੀਗਾ ਸਾਡੇ ਕੋਲੇ ਅਨਿਸ਼ਚਿਤ ਪੂਰਨ ਵਰਤਮਾਨ ਕਾਲ। ਜਦੋਂ ਉਹਦੇ ਪੂਰਨ ਹੋਣ ਦਾ ਸਾਨੂੰ ਨਿਸ਼ਚਿਤ ਬੋਧ ਨਾ ਹੋਵੇ ਕਿ ਉਹ ਕਦੋਂ ਪੂਰਾ ਹੋਇਆ, ਪਰ ਉਹ ਕੰਮ ਪੂਰਾ ਹੋ ਗਿਆ ਹੋਵੇ ਤੇ ਵਰਤਮਾਨ ਕਾਲ ਦੇ ਵਿੱਚ ਹੋਵੇ, ਉਹਨੂੰ ਕਹਿੰਦੇ ਆ ਅਨਿਸ਼ਚਿਤ ਪੂਰਨ ਵਰਤਮਾਨ ਕਾਲ। ਅੱਗੇ ਚੱਲਦੇ ਹਾਂ ਨਿਸ਼ਚਿਤ ਪੂਰਨ ਵਰਤਮਾਨ ਕਾਲ। ਕਿ ਕੰਮ ਪੂਰਾ ਹੋ ਚੁੱਕਾ ਹੈ, ਇਹਦੇ ਮੂਰੇ ਜਿਹੜਾ ਹੈ ਸੈਂਟੈਂਸ ਵਿਚਾਲੇ ਚੁੱਕਾ ਲੱਗਦਾ ਹੈ ਕਿ ਕੰਮ ਹੋ ਚੁੱਕਿਆ ਹੈ ਜਾਂ ਚੁੱਕਿਆ ਕਹਿ ਸਕਦੇ ਹਾਂ। ਇਸ ਤਰ੍ਹਾਂ ਦਾ ਸ਼ਬਦ ਇਹਦੇ ਵਿੱਚ ਵਰਤਿਆ ਜਾਂਦਾ ਹੈ। ਵਰਤਮਾਨ ਕਾਲ ਦੇ ਸੰਦਰਭ ਦੇ ਵਿੱਚ ਅਸੀਂ ਵੇਖਦੇ ਹਾਂ ਮੈਂ ਪੜ੍ਹ ਚੁੱਕਾ ਹਾਂ, ਅਸੀਂ ਪੜ੍ਹ ਚੁੱਕੇ ਹਾਂ, ਤੂੰ ਪੜ੍ਹ ਚੁੱਕਾ ਹੈ, ਤੁਸੀਂ ਪੜ੍ਹ ਚੁੱਕੇ ਹੋ, ਉਹ ਪੜ੍ਹ ਚੁੱਕਾ ਹੈ, ਉਹ ਪੜ੍ਹ ਚੁੱਕੇ। ਇਸੇ ਤਰ੍ਹਾਂ ਇਸਤਰੀ ਲਿੰਗ ਦੇ ਸੰਦਰਭ ਦੇ ਵਿੱਚ ਮੈਂ ਪੜ੍ਹ ਚੁੱਕੀ ਹਾਂ, ਅਸੀਂ ਪੜ੍ਹ ਚੁੱਕੀਆਂ ਹਾਂ, ਤੂੰ ਪੜ੍ਹ ਚੁੱਕੀ ਹੈ, ਤੁਸੀਂ ਪੜ੍ਹ ਚੁੱਕੀਆਂ ਹੋ, ਉਹ ਪੜ੍ਹ ਚੁੱਕੀ ਹੈ, ਉਹ ਪੜ੍ਹ ਚੁੱਕੀਆਂ। ਸੋ ਇਹ ਸੀਗਾ ਨਿਸ਼ਚਿਤ ਪੂਰਨ ਵਰਤਮਾਨ ਕਾਲ। ਸੋ ਅੱਗੇ ਚੱਲਦੇ ਹਾਂ। ਅੱਗੇ ਸ਼ਰਤੀ ਵਰਤਮਾਨ ਕਾਲ। ਸ਼ਰਤੀ ਬਾਰੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਸੈਂਟੈਂਸ ਦੇ ਵਿੱਚ ਜੇ ਲੱਗਿਆ ਹੋ, ਜੇ ਸ਼ਰਤ ਹੁੰਦੀ ਹੈ ਕਿ ਇਸ ਤਰ੍ਹਾਂ ਕਰ ਲੈਂਦਾ, ਜੇ ਮੈਂ ਇਸ ਤਰ੍ਹਾਂ ਕਰ ਲੈਂਦਾ। ਸੋ ਵਰਤਮਾਨ ਕਾਲ ਦੇ ਵਿੱਚ ਕੀ ਗੱਲ ਹੈ ਕਿ ਜੇ ਮੈਂ ਪੜ੍ਹਾਂ, ਜੇ ਮੈਂ ਪੜ੍ਹਦਾ ਹੋ ਗਿਆ ਭੂਤਕਾਲ। ਹੁਣ ਜੇ ਮੈਂ ਪੜ੍ਹਾਂ, ਜੇ ਅਸੀਂ ਪੜ੍ਹੀਏ, ਜੇ ਤੂੰ ਪੜ੍ਹੇ, ਜੇ ਤੁਸੀਂ
ਜੇ ਉਹ ਪੜ੍ਹੇ, ਜੇ ਉਹ ਪੜ੍ਹਨ। ਸੋ ਇਸਤਰੀ ਲਿੰਗ ਦੇ ਵਿੱਚ ਜੇ ਮੈਂ ਪੜ੍ਹਾਂ, ਜੇ ਅਸੀਂ ਪੜ੍ਹੀਏ, ਜੇ ਤੂੰ ਪੜ੍ਹੇ, ਜੇ ਤੁਸੀਂ ਪੜ੍ਹੋ, ਜੇ ਉਹ ਪੜ੍ਹੇ, ਜੇ ਉਹ ਪੜ੍ਹਨ। ਸੋ ਇਸ ਦੇ ਵਿੱਚ ਇਸਤਰੀ ਲਿੰਗ ਹੈ ਜਿਹੜਾ ਉਹ ਕਲੀਅਰ ਨਹੀਂ ਹੁੰਦਾ, ਮਤਲਬ ਕਿ ਉਹੀ ਸ਼ਬਦ ਪੁਰਖ ਲਿੰਗ ਲਈ, ਉਹੀ ਸ਼ਬਦ ਇਸਤਰੀ ਲਿੰਗ ਲਈ ਇਹਦੇ ਵਿੱਚ ਵਰਤੇ ਗਏ। ਅੱਗੇ ਚੱਲਦੇ ਹਾਂ। ਅੱਗੇ ਆ ਗਿਆ ਸਾਡੇ ਕੋਲੇ ਹੁਕਮੀ। ਹੁਕਮੀ ਵਰਤਮਾਨ ਕਾਲ। 6 ਕਿਸਮਾਂ ਸਾਨੂੰ ਵਰਤਮਾਨ ਕਾਲ ਦੀਆਂ ਮਿਲਦੀਆਂ। ਹੁਕਮੀ ਸੈਂਟੈਂਸ ਦੇ ਵਿੱਚ ਕਰਤਾ ਆਪਣੇ ਆਪ ਨੂੰ ਹੁਕਮ ਦਿੰਦਾ ਹੈ ਜਾਂ ਕਿਸੇ ਨੂੰ ਹੁਕਮ ਦਿੰਦਾ ਹੈ, ਸੋ ਉਹਨੂੰ ਕਹਿੰਦੇ ਆ ਹੁਕਮੀ। ਇਹ ਹੁਕਮੀ ਵਰਤਮਾਨ ਕਾਲ, ਹੁਕਮ ਦਿੱਤਾ ਜਾਊ ਵਰਤਮਾਨ ਕਾਲ ਦੇ ਵਿੱਚ। ਜਿਵੇਂ ਮੈਂ ਪੜ੍ਹਾਂ, ਅਸੀਂ ਪੜ੍ਹੀਏ, ਤੂੰ ਪੜ੍ਹ, ਤੁਸੀਂ ਪੜ੍ਹੋ, ਉਹ ਪੜ੍ਹਨ, ਉਹ ਪੜ੍ਹੇ, ਠੀਕ ਹੈ, ਉਹ ਪੜ੍ਹੇ ਦਾ ਬਣ ਜੂਗਾ ਉਹ ਪੜ੍ਹਨ। ਸੋ ਇਹ ਸਾਡੇ ਕੋਲੇ ਜਿਹੜੀਆਂ ਕਿਸਮਾਂ ਸਾਨੂੰ ਮਿਲਦੀਆਂ। ਸੋ ਇਸੇ ਤਰ੍ਹਾਂ ਹੀ ਸਾਡੇ ਕੋਲੇ ਇਸਤਰੀ ਲਿੰਗ ਦੇ ਸ਼ਬਦ ਨੇ, ਬਿਲਕੁਲ ਸਾਡੇ ਕੋਲੇ ਇੱਕੋ ਹੀ ਸ਼ਬਦ ਨੇ, ਮਤਲਬ ਕਿ ਉਹੀ ਸ਼ਬਦ ਜਿਹੜੇ ਹੈ ਇਸਤਰੀ ਲਿੰਗ ਉਹੀ ਸ਼ਬਦ ਜਿਹੜੇ ਪੁਰਸ਼ ਲਿੰਗ ਲਈ ਵਰਤੇ ਗਏ। ਅੱਗੇ ਚੱਲਦੇ ਹਾਂ। ਅੱਗੇ ਸਾਡੇ ਕੋਲੇ 5 ਕਿਸਮਾਂ ਨਹੀਂ ਆ ਭਵਿੱਖ ਕਾਲ ਦੀਆਂ। ਭਵਿੱਖ ਕਾਲ ਦੇ ਵਿੱਚ ਕੀ ਹੈ? ਸਧਾਰਨ ਭਵਿੱਖ ਕਾਲ ਹੈ। ਪਹਿਲਾਂ ਤਾਂ ਸਧਾਰਨ ਭਵਿੱਖ ਕਾਲ ਦੇ ਵਿੱਚ ਕੀ ਹੈ ਕਿ ਕੰਮ ਸਧਾਰਨ ਤੌਰ ਤੇ ਭਵਿੱਖ ਦੇ ਵਿੱਚ ਹੋਏਗਾ। ਮੈਂ ਪੜਾਂਗਾ, ਅਸੀਂ ਪੜਾਂਗੇ, ਉਹ ਪੜ੍ਹੇਗਾ, ਉਹ ਪੜ੍ਹਨਗੇ, ਤੀਜਾ ਪੁਰਖ ਆ ਗਿਆ। ਤੂੰ ਪੜ੍ਹੇਗਾ, ਤੁਸੀਂ ਪੜ੍ਹੋਗੇ, ਦੂਜਾ ਪੁਰਖ ਆ ਗਿਆ। ਇਸੇ ਤਰ੍ਹਾਂ ਹੀ ਇਸਤਰੀ ਲਿੰਗ ਦੇ ਵਿੱਚ ਹੈ, ਪਹਿਲਾ, ਦੂਜਾ, ਤੀਜਾ ਪੁਰਖ ਇੱਕ ਵਚਨ ਤੋਂ ਬਹੁਵਚਨ ਲਿੰਗ ਸਾਡੇ ਕੋਲ ਹੈਗੇ। ਇਸਤਰੀ ਲਿੰਗ ਮੈਂ ਪੜਾਂਗੀ, ਇਹਦਾ ਜੀ ਅਸੀਂ ਪੜਾਂਗੇ, ਤੂੰ ਪੜ੍ਹੇਗੀ, ਤੁਸੀਂ ਪੜ੍ਹੋਗੇ, ਉਹ ਪੜ੍ਹੇਗੀ, ਉਹ ਪੜ੍ਹਨਗੇ। ਸੋ ਸਧਾਰਨ ਜਿਹੜਾ ਹੈ ਭਵਿੱਖ ਕਾਲ। ਅੱਗੇ ਸਾਡੇ ਕੋਲ ਅਪੂਰਨ ਚਾਲੂ ਭਵਿੱਖ ਕਾਲ। ਕਿ ਜਦੋਂ ਭਵਿੱਖ ਦੇ ਵਿੱਚ ਕੋਈ ਦੇਖੇਗਾ ਤਾਂ ਕੰਮ ਜਿਹੜਾ ਉਹ ਚੱਲ ਰਿਹਾ ਹੋਏਗਾ, ਕੰਮ ਹਜੇ ਪੂਰਾ ਨਹੀਂ ਹੋਇਆ ਹੋਏਗਾ। ਜਿਵੇਂ ਮੈਂ ਪੜ੍ਹ ਰਿਹਾ ਹੋਵਾਂਗਾ, ਅਸੀਂ ਪੜ੍ਹ ਰਹੇ ਹੋਵਾਂਗੇ, ਤੂੰ ਪੜ੍ਹ ਰਿਹਾ ਹੋਏਗਾ, ਤੁਸੀਂ ਪੜ੍ਹ ਰਹੇ ਹੋਵੋਗੇ, ਉਹ ਪੜ੍ਹ ਰਿਹਾ ਹੋਏਗਾ, ਉਹ ਪੜ੍ਹ ਰਹੇ ਹੋਣਗੇ। ਇਸਤਰੀ ਲਿੰਗ ਦੇ ਵਿੱਚ ਮੈਂ ਪੜ੍ਹ ਰਹੀ ਹੋਵਾਂਗੀ, ਅਸੀਂ ਪੜ੍ਹ ਰਹੀਆਂ ਹੋਵਾਂਗੇ, ਤੂੰ ਪੜ੍ਹ ਰਹੀ ਹੋਏਗੀ, ਤੁਸੀਂ ਪੜ੍ਹ ਰਹੀਆਂ ਹੋਵੋਗੇ, ਉਹ ਪੜ੍ਹ ਰਹੀ ਹੋਏਗੀ, ਉਹ ਪੜ੍ਹ ਰਹੀਆਂ ਹੋਣਗੀਆਂ। ਇਹ ਸੀ ਸਾਡੇ ਕੋਲੇ ਪਹਿਲਾ, ਦੂਜਾ, ਤੀਜੇ ਪੁਰਖ ਦੇ ਵਿੱਚ ਇਸਤਰੀ ਲਿੰਗ। ਅਪੂਰਨ ਹੈ ਕੰਮ, ਅਜੇ ਕਾਰਜ ਪੂਰਾ ਨਹੀਂ ਹੋਇਆ। ਚਾਲੂ ਕਾਰਜ ਜਿਹੜਾ ਹੈ ਚੱਲ ਰਿਹਾ ਹੈ ਭਵਿੱਖ ਕਾਲ ਦੇ ਸੰਦਰਭ ਦੇ ਵਿੱਚ, ਜਿਸ ਤਰ੍ਹਾਂ ਲਿਖਦਾ ਮੈਂ ਪੜ੍ਹ ਰਿਹਾ ਹੋਵਾਂਗਾ। ਸੋ ਅੱਗੇ ਚੱਲਦੇ ਹਾਂ। ਅੱਗੇ ਸਾਨੂੰ ਹੈ ਚਾਲੂ ਭਵਿੱਖਤ ਕਾਲ ਜਾਂ ਚਾਲੂ ਭਵਿੱਖ ਕਾਲ। ਕਿ ਮੈਂ ਉਸ ਸਮੇਂ ਕਾਰਜ ਜਿਹੜਾ ਹੈ ਕਰ ਰਿਹਾ ਹੋਵਾਂਗਾ, ਮੈਂ ਪੜ੍ਹਦਾ ਹੋਵਾਂਗਾ, ਜਾਂ ਤੂੰ ਪੜ੍ਹਦਾ ਹੋਏਗਾ, ਉਹ ਪੜ੍ਹਦਾ ਹੋਏਗਾ, ਇਹਦਾ ਅਸੀਂ ਬਹੁਵਚਨ ਬਣਾਉਂਦੇ ਹਾਂ। ਅਸੀਂ ਪੜ੍ਹਦੇ ਹੋਵਾਂਗੇ, ਤੁਸੀਂ ਪੜ੍ਹਦੇ ਹੋਵੋਗੇ, ਤੁਸੀਂ ਪੜ੍ਹਦੇ, ਉਹ ਪੜ੍ਹਦਾ ਹੋਏਗਾ, ਉਹ ਪੜ੍ਹਦੇ ਹੋਣਗੇ। ਸੋ ਇਸੇ ਤਰ੍ਹਾਂ ਹੀ ਧਿਆਨ ਨਾਲ ਆਪਾਂ ਵੇਖ ਰਹੇ ਹਾਂ। ਮੈਂ ਪੜ੍ਹਦੀ ਹੋਵਾਂਗੀ, ਇਹਦਾ ਬਹੁਵਚਨ ਅਸੀਂ ਪੜ੍ਹਦੀਆਂ ਹੋਵਾਂਗੀਆਂ, ਤੂੰ ਪੜ੍ਹਦੀ ਹੋਏਗੀ, ਤੁਸੀਂ ਪੜ੍ਹਦੀਆਂ ਹੋਵੋਗੇ, ਉਹ ਪੜ੍ਹਦੀ ਹੋਏਗੀ, ਉਹ ਪੜ੍ਹਦੀਆਂ ਹੋਣਗੀਆਂ। ਚਾਲੂ ਭਵਿੱਖਤ ਕਾਲ ਕਿ ਉਸ ਸਮੇਂ ਜਿਹੜਾ ਭਵਿੱਖ ਦੇ ਵਿੱਚ ਕੋਈ ਕਾਰਜ ਮੈਂ ਚਾਲੂ ਕਰ ਰੱਖਿਆ ਹੋਊਗਾ, ਮੇਰਾ ਕਾਰਜ ਕੋਈ ਚੱਲ ਰਿਹਾ ਹੋਵੇਗਾ, ਜੋ ਤੂੰ ਆਏਗਾ ਮੈਂ ਪੜ੍ਹਦਾ ਹੋਵਾਂਗਾ। ਇਹਦਾ ਉਦਾਹਰਨ ਅਸੀਂ ਇਸ ਤਰ੍ਹਾਂ ਵੇਖ ਸਕਦੇ ਹਾਂ। ਸਾਡੇ ਕੋਲ ਚੌਥੀ ਜਿਹੜੀ ਕਿਸਮ ਹੈ ਉਹ ਹੈ ਨਿਸ਼ਚਿਤ ਪੂਰਨ ਭਵਿੱਖ ਕਾਲ। ਜਦੋਂ ਗੱਲ ਨਿਸ਼ਚਿਤ ਦੀ ਹੁੰਦੀ ਹੈ ਤਾਂ ਸ਼ਬਦ ਦਾ ਚੁੱਕਿਆ ਗਿਆ, ਠੀਕ ਹੈ, ਪੜ੍ਹ ਚੁੱਕਿਆ, ਸੋ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਆ। ਤੇ ਕਾਰਜ ਜਿਹੜਾ ਉਹ ਪੂਰਾ ਹੋ ਚੁੱਕਿਆ ਹੁੰਦਾ ਹੈ ਤੇ ਭਵਿੱਖ ਕਾਲ ਦੇ ਸੰਦਰਭ ਦੇ ਵਿੱਚ ਮੈਂ ਪੜ੍ਹ ਚੁੱਕਾ ਹੋਵਾਂਗਾ, ਬਹੁਵਚਨ ਹੈ, ਅਸੀਂ ਪੜ੍ਹ ਚੁੱਕੇ ਹੋਵਾਂਗੇ, ਤੂੰ ਪੜ੍ਹ ਚੁੱਕਾ ਹੋਏਗਾ, ਤੁਸੀਂ ਪੜ੍ਹ ਚੁੱਕੇ ਹੋ, ਉਹ ਪੜ੍ਹ ਚੁੱਕਾ ਹੋਏਗਾ, ਉਹ ਪੜ੍ਹ ਚੁੱਕੇ ਹੋਣਗੇ। ਸੋ ਇਸੇ ਤਰ੍ਹਾਂ ਅਸੀਂ ਇਸਤਰੀ ਲਿੰਗ ਨੂੰ ਵਰਤ ਸਕਦੇ ਹਾਂ। ਇਸਤਰੀ ਲਿੰਗ ਦੇ ਵਿੱਚ ਕਿਸ ਤਰ੍ਹਾਂ ਬਣਾਉਂਦੇ ਆ? ਮੈਂ ਪੜ੍ਹ ਚੁੱਕੀ ਹੋਵਾਂਗੀ, ਅਸੀਂ ਪੜ੍ਹ ਚੁੱਕੀਆਂ ਹੋਵਾਂਗੇ, ਤੂੰ ਪੜ੍ਹ ਚੁੱਕੀ ਹੋਏਗੀ, ਤੁਸੀਂ ਪੜ੍ਹ ਚੁੱਕੀਆਂ ਹੋਵੋਗੀ, ਉਹ ਪੜ੍ਹ ਚੁੱਕੀ ਹੋਏਗੀ, ਉਹ ਪੜ੍ਹ ਚੁੱਕੀਆਂ ਹੋਣਗੀਆਂ। ਇਸ ਤਰ੍ਹਾਂ ਅਸੀਂ ਇਸਤਰੀ ਲਿੰਗ ਦੇ ਹਵਾਲੇ ਦੇ ਵਿੱਚ ਇਹਨਾਂ ਨੂੰ
ਵੇਖਦੇ ਹਾਂ ਜੀ। ਸੋ ਆਖਰੀ ਸਾਡੀ ਕਿਸਮ ਹੈ ਜਿਹੜੀ ਸ਼ਰਤੀ ਭਵਿੱਖ ਕਾਲ। ਸ਼ਰਤੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਜੇ ਲੱਗਿਆ ਹੁੰਦਾ ਹੈ, ਜੇ ਇਸ ਤਰ੍ਹਾਂ ਹੋ ਜੇ, ਜੇ ਇਸ ਤਰ੍ਹਾਂ ਹੋ ਜੇ, ਇਸ ਤਰ੍ਹਾਂ ਹੋ ਜੇ। ਸ਼ਰਤੀ ਭਵਿੱਖ ਕਾਲ ਦੇ ਵਿੱਚ ਕੀ ਹੈਗਾ ਕਿ ਸ਼ਰਤ ਜਿਹੜੀ ਹੈ ਇਸ ਤਰ੍ਹਾਂ ਰੱਖਦਾ, ਜੇ ਮੈਂ ਪੜ੍ਹਦਾ ਹੋਵਾਂ, ਜੇ ਅਸੀਂ ਪੜ੍ਹਦੇ ਹੋਈਏ, ਜੇ ਤੂੰ ਪੜ੍ਹਦਾ ਹੋਵੇ, ਜੇ ਤੁਸੀਂ ਪੜ੍ਹਦੇ ਹੋ, ਜੇ ਉਹ ਪੜ੍ਹਦਾ ਹੋਵੇ, ਜੇ ਉਹ ਪੜ੍ਹਦੇ ਹੋਣ। ਕਰਮਵਾਰ ਪਹਿਲਾ ਦੂਜਾ ਤੀਜਾ ਭਵਿੱਖ ਹੈ, ਇੱਕ ਵਚਨ ਤੋਂ ਬਹੁਵਚਨ ਅਸੀਂ ਵੇਖ ਰਹੇ ਹਾਂ, ਪਹਿਲਾ ਦੂਜਾ ਤੀਜਾ ਪੁਰਖ ਨੂੰ ਅਸੀਂ ਇਸ ਤਰ੍ਹਾਂ ਜੱਜ ਕਰ ਰਹੇ ਹਾਂ। ਸੋ ਇਸਤਰੀ ਲਿੰਗ ਦੇ ਵਿੱਚ ਕੀ ਹੈ ਸੰਦਰਭ ਦੇ ਵਿੱਚ ਜਦੋਂ ਅਸੀਂ ਵੇਖਦੇ ਹਾਂ ਪਹਿਲਾ ਦੂਜਾ ਤੀਜਾ ਪੁਰਖ ਹੈ, ਇੱਕ ਵਚਨ ਤੋਂ ਬਹੁਵਚਨ ਬਣਾਉਣਾ ਹੈ। ਜਿਵੇਂ ਜੇ ਮੈਂ ਪੜ੍ਹਦੀ ਹੂੰ, ਜੇ ਅਸੀਂ ਪੜ੍ਹਦੀਆਂ ਹੋਈਏ, ਜੇ ਤੂੰ ਪੜ੍ਹਦੀ ਹੋਵੇ, ਜੇ ਤੁਸੀਂ ਪੜ੍ਹਦੀਆਂ ਹੋਵੋ, ਜੇ ਉਹ ਪੜ੍ਹਦੀ ਹੋਵੇ, ਜੇ ਉਹ ਪੜ੍ਹਦੀਆਂ ਹੋਣ, ਜੇ ਇਸ ਤਰ੍ਹਾਂ ਕਰਦੀਆਂ ਹੋਣ, ਜੇ ਇਸ ਤਰ੍ਹਾਂ ਕਰਾਂ। ਸੋ ਇਹ ਸੀ ਸ਼ਰਤੀ ਭਵਿੱਖ ਕਾਲ। ਇੱਥੇ ਜਿਹੜੀਆਂ ਸਾਡੇ ਕਾਲਾਂ ਦੀਆਂ ਕਿਸਮਾਂ ਨੇ ਉਹ ਸਮਾਪਤ ਹੁੰਦੀਆਂ। ਅਗਲੇ ਦਿਨ ਅਸੀਂ ਨਵੀਆਂ ਕਿਸਮਾਂ ਲੈ ਕੇ ਹਾਜ਼ਰ ਹੋਵਾਂਗੇ। ਸਾਰੇ ਜਣੇ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਤਾਂ ਕਿ ਤੁਹਾਡੇ ਤੱਕ ਸਾਡੇ ਚੈਨਲ ਹੈ ਜਿਹੜੇ ਪਹੁੰਚਦੇ ਰਹਿਣ। ਤੁਹਾਡਾ ਬਹੁਤ ਬਹੁਤ ਧੰਨਵਾਦ।